ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰੁਣੇ ਸਰਬ ਵਿਚਾਰ। ਸੱਚਾ ਤੇਰਾ ਅਮਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ, ਸੱਚਾ ਤੇਰਾ ਕਰਮ ਸੱਚਾ ਨੀਸਾਨ। ਸੱਚੇ ਤੁਧ ਆਖੇ ਲੱਖ ਕਰੋੜ, ਸੱਚੈ ਸਭ ਤਾਨ, ਸੱਚੈ ਸਭ ਜੋੜ। ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਨਿਹਚਲ ਆਸਨਾ ਤੇ ਸੁਭਾਏਮਾਨ, ਸਦੀਵੀ ਸੁੱਖਾਂ ਦੇ ਦਾਤੇ, ਸਦੀਵੀ ਸੱਚ ਸ਼ਬਦ ਗੁਰ ਅਵਤਾਰ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿਨਾਂ ਦੀ ਪਾਵਨ ਪਵਿੱਤਰ ਹਦੂਦ ਦੇ ਅੰਦਰ, ਗੋਦ ਦੇ ਅੰਦਰ ਸੁਭਾਏਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਅਤੇ ਆਪਣੇ ਘਰਾਂ ਵਿੱਚ ਬੈਠ ਕਰਕੇ ਜਿੱਥੋਂ ਤੱਕ ਗੁਰੂ ਘਰ ਦੀ ਆਵਾਜ਼ ਪਹੁੰਚਦੀ ਹੈ, ਜਿਹੜਾ ਕੋਈ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਸ ਇਲਾਹੀ ਵਿਚਾਰ ਦੇ ਨਾਲ ਜੁੜਿਆ ਹੈ, ਸੁਰਤ ਕਰਕੇ ਧਿਆਨ ਕਰਕੇ, ਆਓ ਇੱਕ ਵਾਰ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਜੋ ਸੁਭਾਗਾ ਸਮਾਂ ਮਿਲਿਆ ਹੈ, ਇਹ ਵੇਲਾ ਸਾਡੇ ਹੱਥ ਦੇ ਵਿੱਚੋਂ ਖੁੰਝ ਨਾ ਜਾਵੇ, ਸਮਾਂ ਸਾਡੇ ਹੱਥ ਦੇ ਵਿੱਚੋਂ ਛੁਡਕ ਨਾ ਜਾਵੇ। ਆਓ ਚਿੱਤ ਨੂੰ ਜੋੜਨ ਦਾ ਯਤਨ ਕਰੀਏ, ਕਿਉਂਕਿ ਜੇ ਧਿਆਨ ਗੁਰੂ ਚਰਨਾਂ ਵਿੱਚ ਗੁਰੂ ਦੇ ਸ਼ਬਦ ਵਿੱਚ ਜੁੜਿਆ ਹੈ ਤਾਂ ਫਿਰ ਅਸੀਂ ਪ੍ਰੈਜ਼ੈਂਟ ਹਾਂ, ਜਿਹਨੂੰ ਸੰਸਾਰਕ ਤੌਰ ਤੇ ਪ੍ਰੈਜ਼ੈਂਟ ਮਾਈਂਡਡ ਆਖਿਆ ਜਾਂਦਾ, ਕਿ ਇੱਥੇ ਸੁਰਤ ਕਰਕੇ ਦਿਮਾਗ ਕਰਕੇ ਇੱਥੇ ਰਹੀਏ। ਕਿਤੇ ਸਰੀਰ ਪੁਤਲੇ ਦੇ ਵਾਂਗ ਨਾ ਬੈਠਾ ਹੋਵੇ ਤੇ ਸੁਰਤ ਕਿਤੇ ਹੋਰ ਹੋਵੇ, ਤੇ ਕਿਤੇ ਇਸ ਤਰ੍ਹਾਂ ਵੀ ਹੁੰਦਾ ਕਿ ਜਿਹੜੇ ਘਰਾਂ ਦੇ ਵਿੱਚ ਨੇ ਉਹਨਾਂ ਦੀ ਸੁਰਤ, ਉਹਨਾਂ ਦਾ ਧਿਆਨ ਸ਼ਬਦ ਦੀ ਵਿਚਾਰ ਦੇ ਵਿੱਚ ਜੁੜਿਆ ਹੁੰਦਾ ਹੈ, ਤੇ ਕਈ ਮੇਰੇ ਵਰਗੇ ਗੁਰੂ ਘਰ ਬੈਠ ਕਰਕੇ ਵੀ ਸਰੀਰ ਬੈਠਾ ਹੁੰਦਾ, ਸੁਰਤ ਨਹੀਂ ਹੁੰਦੀ। ਸੋ ਆਓ ਜਿਹੜੇ ਜੁੜੇ ਨੇ ਉਹ ਵੀ ਦ੍ਰਿੜਤਾ ਕਰੀਏ, ਜਿਹੜੇ ਨਹੀਂ ਜੁੜੇ ਉਹ ਜੁੜਨ ਦਾ ਯਤਨ ਕਰੀਏ, ਸੁਰਤ ਨੂੰ ਇਕਾਗਰ ਕਰੀਏ ਜੀ। ਗੁਰੂ ਚਰਨਾਂ ਦਾ ਧਿਆਨ ਧਰੀਏ, ਪਿਆਰ ਸਹਿਤ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਪਿਆਰਿਓ, ਗੁਰਦੇਵ ਜੀ ਨੇ ਜਿਹੜਾ ਸਮਾਂ ਸਾਨੂੰ ਦਿੱਤਾ ਹੈ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ, ਸਿੱਖ ਧਰਮ ਦੇ
ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ, ਜਿਸ ਨੂੰ ਅਸੀਂ ਜੇ ਪੰਥ ਦੀ ਨੀਂਹ ਕਹਿ ਲਈਏ ਤੇ ਕੋਈ ਅਤਕਥਨੀ ਵਾਲੀ ਗੱਲ ਨਹੀਂ, ਕਿਉਂਕਿ ਇੰਨਾ ਪੱਕਾ ਦ੍ਰਿੜ ਨਿਤਨੇਮ ਹੈ ਇਸ ਬਾਣੀ ਦਾ, ਆਸਾ ਦੀ ਵਾਰ ਦਾ, ਕਿ ਜਿਸ ਨੂੰ ਇਤਿਹਾਸਕ ਤੌਰ ਤੇ ਆਪ ਜੀ ਜਾਣਦੇ ਹੋ, ਕਲਗੀਧਰ ਪਾਤਸ਼ਾਹ ਜੀ ਨੇ ਇਸ ਗੱਲ ਦੀ ਦ੍ਰਿੜਤਾ ਦਿੱਤੀ ਆ ਕਿ ਸਰਸਾ ਨਦੀ ਦੇ ਕੰਢੇ ਵੀ ਬੈਠ ਕੇ ਆਸਾ ਦੀ ਵਾਰ ਦੀ ਬਾਣੀ ਦੇ ਕੀਰਤਨ ਦੇ ਦੀਵਾਨ ਲਗਾਏ ਨੇ, ਚੌਂਕੀ ਦੇ ਦੀਵਾਨ ਲਗਾਏ ਨੇ। ਕਿੰਨੀ ਕੁ ਦ੍ਰਿੜਤਾ ਹੈ ਕਿ ਨਿਤਨੇਮ ਇੰਨਾ ਪੱਕਾ ਹੋਣਾ ਚਾਹੀਦਾ ਹੈ ਸਿੱਖ ਦਾ ਕਿ ਦੁਨੀਆ ਦੇ ਵਿੱਚ ਹੋਰ ਜੋ ਮਰਜ਼ੀ ਕਾਰਜ ਹੁੰਦੇ ਰਹਿਣ, ਪਹਾੜੀ ਰਾਜਿਆਂ ਦੇ ਨਾਲ ਜੰਗ ਹੋ ਰਹੀ ਆ, ਸਰਸਾ ਨਦੀ ਆਪਣੇ ਰੋਹ ਤੇ ਹੈ, ਪੂਰੇ ਪਾਣੀ ਚੜਿਆ ਹੋਇਆ, ਜਲ ਜਿਹੜਾ ਉਹ ਬਿਲਕੁਲ ਵਧਿਆ ਹੋਇਆ ਸਰਸਾ ਨਦੀ ਦੇ ਅੰਦਰ, ਤੇ ਕਲਗੀਧਰ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਕਿ ਆਓ ਆਸਾ ਕੀ ਵਾਰ ਦਾ ਸਮਾਂ ਹੋਇਆ, ਦੀਵਾਨ ਸਜਾਈਏ। ਤੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਦ੍ਰਿੜਤਾ ਦਿੱਤੀ ਹੈ ਕਿ ਇਸ ਬਾਣੀ ਦੇ ਨਾਲ ਇਤਨਾ ਕੁ ਜੁੜੀਏ। ਮੈਂ ਬੇਨਤੀ ਕਰਾਂ, ਕਿਉਂਕਿ ਅੱਜ ਦਾ ਸਿੱਖਾਂ ਦੇ ਜੀਵਨ ਦਾ ਸਮਾਂ ਐਸਾ ਆ ਕਿ ਬਾਣੀ ਸਾਡੇ ਜੀਵਨ ਦੇ ਵਿੱਚੋਂ ਨਿਕਲਦੀ ਜਾ ਰਹੀ ਹੈ। ਜਿੱਥੇ ਆਪਾਂ ਸਾਰੇ ਰਲ ਮਿਲ ਕੇ ਗੁਰੂ ਪਿਆਰਿਓ ਸੁਖਮਨੀ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੀ ਬਣੀਆਂ ਨੇ, ਬਹੁਤ ਜ਼ਿਆਦਾ ਪਿਆਰ ਦੇ ਨਾਲ ਬਾਣੀ ਨੂੰ ਪੜ੍ਹਿਆ ਜਾਂਦਾ, ਸਤਿਕਾਰਿਆ ਜਾਂਦਾ, ਤੇ ਓਨਾ ਹੀ ਆਪਾਂ ਪਿਆਰ ਸਾਰੀ ਬਾਣੀ ਦਾ 1430 ਅੰਗਾਂ ਦੇ ਸਰੂਪ ਦਾ ਕਰੀਏ। ਕੋਈ ਵੱਖਰੀ ਬਾਣੀ ਜਾਂ ਇਹ ਨਹੀਂ ਕਿ ਉਸ ਦਾ ਨਾਮ ਸੁਖਮਨੀ ਸਾਹਿਬ ਰੱਖਿਆ ਤੇ ਇਸ ਕਰਕੇ ਕੇਵਲ ਉਹ ਬਾਣੀ ਸੁੱਖ ਦੇਣ ਵਾਲੀ, ਬਾਕੀ ਬਾਣੀ ਨੂੰ ਪੜ੍ਹਨ ਦੇ ਨਾਲ ਜਾਂ ਵਿਚਾਰਨ ਦੇ ਨਾਲ ਜਾਂ ਸਮਝਣ ਦੇ ਨਾਲ ਦੁੱਖ ਨਹੀਂ ਪ੍ਰਾਪਤ ਹੁੰਦੇ, ਜੀਵਨ ਵਿੱਚ ਸੁੱਖ ਹੀ ਪ੍ਰਾਪਤ ਹੁੰਦੇ ਨੇ। ਇਸ ਲਈ ਮਾਫ ਕਰਨਾ, ਪਰ ਬਚਨ ਜਿਹੜਾ ਹੈ ਉਹ ਜੇ ਆਸਾ ਕੀ ਵਾਰ ਦੀ ਬਾਣੀ ਨੂੰ ਸਿੱਖ ਸਮਝ ਲਵੇ ਤੇ ਆਪਾਂ ਇਹ ਕਹਿ ਲਈਏ ਕਿ ਸੰਸਾਰਕ ਤੌਰ ਤੇ ਜਿੰਨੀ ਰਾਜਨੀਤੀ, ਜਿੰਨੇ ਸਮਾਜਿਕ ਮਸਲੇ, ਜਿੰਨੇ ਵੀ ਸਾਡੇ ਧਾਰਮਿਕ ਮਸਲੇ, ਜਿੰਨੇ ਸਾਡੇ ਸੱਭਿਆਚਾਰ ਦੇ ਜੋ ਕੁਝ ਵੀ ਕਾਰਜ ਹੋ ਰਹੇ ਨੇ, ਉਹ ਸਾਰੇ ਗੁਰਦੇਵ ਪਿਤਾ ਜੀ ਨੇ ਇਸ ਆਸਾ ਦੀ ਵਾਰ ਬਾਣੀ ਦੇ ਵਿੱਚ ਉਜਾਗਰ ਕੀਤੇ ਨੇ। ਵਿਚਾਰ ਦੇ ਨਾਲ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਆਪਾਂ ਸਾਰੇ ਜੁੜਨ ਦਾ ਯਤਨ ਕਰ ਰਹੇ ਹਾਂ। ਰੋਜ਼ ਜਿਤਨਾ ਸਮਾਂ, ਜਿਤਨੀ ਸੂਝ ਸਤਿਗੁਰੂ ਪਾਤਸ਼ਾਹ ਜੀ ਬਖਸ਼ਦੇ ਨੇ, ਆਪਾਂ ਵਿਚਾਰ ਦੇ ਨਾਲ ਜੁੜਦੇ ਹਾਂ ਰੋਜ਼ਾਨਾ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ, ਦੂਜੀ ਪੌੜੀ ਦੀ ਆਰੰਭਤਾ ਹੈ, ਤੇ ਗੁਰੂ ਪਿਆਰਿਓ ਪੌੜੀ ਦੇ ਨਾਲ 3 ਸ਼ਲੋਕ ਦਰਜ ਨੇ। 3 ਸ਼ਲੋਕਾਂ ਦੇ ਵਿੱਚੋਂ 2 ਪਹਿਲੇ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਤੇ 1 ਸ਼ਲੋਕ ਜਿਹੜਾ ਉਹ ਗੁਰੂ ਅੰਗਦ ਦੇਵ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਜੀ। ਉਪਰੰਤ ਪੌੜੀ ਦਰਜ ਹੈ। ਆਓ ਪਹਿਲੇ ਸ਼ਲੋਕ ਨੂੰ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਦੀ ਵਿਚਾਰ ਦੇ ਨਾਲ ਜੁੜੀਏ। ਗੁਰਦੇਵ ਜੀ ਬਖਸ਼ਿਸ਼ ਕਰਦੇ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਦ੍ਰਿਸ਼ਟੀਕੋਣ, ਸਭ ਤੋਂ ਵੱਡਾ ਦੇਖਣ ਦਾ ਨਜ਼ਰੀਆ ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਵਿੱਚ ਸਾਨੂੰ ਬਿਆਨ ਕੀਤਾ ਹੈ। ਕਿ ਸਾਰਾ ਸੰਸਾਰ ਜਿਤਨਾ ਵੀ ਪੈਦਾ ਹੋਇਆ ਹੈ ਉਹ ਸੱਚੇ ਤੋਂ ਪੈਦਾ ਹੋਣ ਕਰਕੇ ਸਾਰਾ ਸੰਸਾਰ ਸੱਚ ਦਾ ਪਸਾਰਾ ਹੈ। ਖੰਡ ਕਹਿੰਦੇ ਨੇ ਟੁਕੜਾ, ਕਹਿੰਦੇ ਸ੍ਰਿਸ਼ਟੀ ਦੇ, ਧਰਤੀ ਦੇ ਜਿੰਨੇ ਵੀ ਟੁਕੜੇ ਨੇ ਜਾਂ ਜਿੰਨੇ ਵੀ ਕੋਨੇ ਨੇ, ਭਾਵ ਅਸੀਂ ਨਹੀਂ ਜਾਣਦੇ ਜਾਂ ਅੱਜ ਵੀ ਵਿਗਿਆਨੀ ਖੋਜ ਕਰ ਕਰਕੇ ਜਿਤਨੀ ਵੀ ਅੱਜ ਤੱਕ ਖੋਜ ਹੋਈ ਹੈ, ਅਜੇ ਇਹ ਨਹੀਂ ਪਤਾ ਲੱਗਿਆ ਕਿ ਸਾਰਾ ਬ੍ਰਹਿਮੰਡ ਕਿਤਨਾ ਕੁ ਹੈ।
ਇਸ ਲਈ ਗੁਰਦੇਵ ਜੀ ਕਹਿੰਦੇ ਸੱਚੇ ਤੇਰੇ ਖੰਡ, ਭਾਵ ਜਿੰਨੇ ਵੀ ਬ੍ਰਹਿਮੰਡ ਦੇ ਟੁਕੜੇ ਨੇ ਉਹ ਸੱਚੇ ਨੇ, ਕਿਉਂਕਿ ਉਹ ਸੱਚੇ ਨੇ ਬਣਾਏ ਨੇ, ਉਹ ਸੱਚੇ ਅਕਾਲ ਪੁਰਖ ਨੇ ਪੈਦਾ ਕੀਤੇ, ਜਿਸ ਦੇ ਸਰੂਪ ਬਾਬਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਵਿੱਚ ਬਚਨ ਕੀਤਾ ਹੈ। ਮੂਲ ਮੰਤਰ ਤੋਂ ਉਪਰੰਤ ਬਖਸ਼ਿਸ਼ ਕਰਦੇ ਪਾਤਸ਼ਾਹ ਜੀ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਕਹਿੰਦੇ ਆਰੰਭਤਾ। ਹੁਣ ਸਾਨੂੰ ਨਹੀਂ ਪਤਾ ਕਿ ਆਰੰਭਤਾ ਕਦੋਂ ਦੀ ਹੋਈ ਹੈ। ਅਸੀਂ ਆਰੰਭਤਾ ਦਾ ਅੰਦਾਜ਼ਾ ਲਗਾਉਂਦੇ ਹਾਂ ਜਦੋਂ ਤੋਂ ਸਾਡੇ ਸਾਲ ਆਰੰਭ ਹੋਏ। ਅਸੀਂ ਨਵਾਂ ਸਾਲ ਮਨਾਉਂਦੇ ਹਾਂ ਨਾ ਜੀ। ਨਵੇਂ ਸਾਲ ਤੋਂ ਭਾਵ ਹੈ ਜਿਸ ਦਿਨ ਨਵਾਂ ਸਾਲ ਆਰੰਭ ਹੋਇਆ। ਤੇ ਸਾਲ ਕਾਹਦੇ ਨਾਲ ਬਣਦਾ? ਮਹੀਨਿਆਂ ਦੇ ਨਾਲ, ਭਾਵ ਜਿਸ ਦਿਨ ਨਵਾਂ ਮਹੀਨਾ ਆਰੰਭ ਹੋਇਆ। ਤੇ ਮਹੀਨੇ ਕਾਹਦੇ ਨਾਲ ਬਣਦੇ? ਜਿਨ੍ਹਾਂ ਦਿਨਾਂ ਦੇ ਨਾਲ, ਤੇ ਭਾਵ ਕਿ ਜਿਸ ਦਿਨ ਨਵਾਂ ਦਿਨ ਆਰੰਭ ਹੋਇਆ। ਹੁਣ ਸਾਨੂੰ ਕੀ ਪਤਾ ਕਿ ਨਵਾਂ ਦਿਨ ਕਿਸ ਦਿਨ ਆਰੰਭ ਹੋਇਆ? ਜਿਸ ਦਿਨ ਨਵਾਂ ਦਿਨ ਭਾਵ ਪਹਿਲਾ ਦਿਨ ਆਰੰਭ ਹੋਇਆ ਸੀ, ਉਸ ਦਿਨ ਤੇ ਦਿਨ ਹੀ ਨਹੀਂ ਸੀ। ਭਾਵ ਕਹਿਣ ਤੋਂ ਦਿਨ ਜਿਹੜੇ ਅਸੀਂ ਬਣਾਏ ਆ, ਸੋਮਵਾਰ, ਮੰਗਲਵਾਰ, ਬੁੱਧਵਾਰ, ਇਹ ਦਿਨ ਨਹੀਂ ਸਨ ਉਸ ਸਮੇਂ, ਕਿਉਂਕਿ ਉਸ ਸਮੇਂ ਸ਼ਬਦ ਨਹੀਂ ਸਨ। ਉਸ ਸਮੇਂ ਕੇਵਲ ਸ੍ਰਿਸ਼ਟੀ ਦਾ ਪਸਾਰਾ ਪਸਰਿਆ। ਇਸ ਲਈ ਅਸੀਂ ਕਹਿ ਨਹੀਂ ਸਕਦੇ, ਕਹਿ ਨਾ ਸਕੈ ਕੋ ਤੂੰ ਕਦ ਕਾ। ਕੋਈ ਕਹਿ ਨਹੀਂ ਸਕਦਾ ਕਿ ਸ੍ਰਿਸ਼ਟੀ ਕਦੋਂ ਦੀ ਪੈਦਾ ਹੋਈ ਹੈ, ਤੇ ਉਹ ਅਕਾਲ ਪੁਰਖ ਕਦੋਂ ਦਾ ਹੈ, ਕਿਹੜੇ ਸਮੇਂ ਦਾ ਬਿਰਾਜਮਾਨ ਹੈ। ਇਸ ਕਰਕੇ ਗੁਰਦੇਵ ਜੀ ਨੇ ਬਚਨ ਲਿਖ ਦਿੱਤਾ, ਕਹਿੰਦੇ ਆਦ ਸੱਚ। ਆਦ ਤੋਂ ਭਾਵ ਆਰੰਭਤਾ। ਹੁਣ ਜਦੋਂ ਵੀ ਆਰੰਭਤਾ ਹੋਈ ਹੋਵੇ ਉਦੋਂ ਦਾ ਅਕਾਲ ਪੁਰਖ ਸਤ ਰੂਪ ਦੇ ਵਿੱਚ, ਸੱਚ ਰੂਪ ਦੇ ਵਿੱਚ ਸੁਭਾਇਮਾਨ ਹੈ। ਇਹ ਸੱਚ ਸ਼ਬਦ ਜੀ ਜਿਹੜਾ ਇਹ ਸੰਸਕ੍ਰਿਤ ਭਾਸ਼ਾ ਤੋਂ ਬਣਿਆ। ਸੰਸਕ੍ਰਿਤ ਭਾਸ਼ਾ ਦੇ ਸਤ ਸ਼ਬਦ ਤੋਂ, ਸਤਯ ਸ਼ਬਦ ਤੋਂ ਸੱਚ ਬਣਿਆ ਹੈ। ਤੇ ਸਤਯ ਤੋਂ ਭਾਵ ਹੈ ਸਦੀਵੀ ਰਹਿਣ ਵਾਲਾ, ਖਤਮ ਨਾ ਹੋਣ ਵਾਲਾ ਕਦੇ ਵੀ। ਇੱਕ ਇੱਥੇ ਵਿਚਾਰ ਦੁਬਿਧਾ ਮਨ ਦੇ ਵਿੱਚ ਆਪ ਜੀ ਦੇ ਸ਼ਾਇਦ ਪੈਦਾ ਹੁੰਦੀ ਹੋਵੇ, ਸਵਾਲ ਆਉਂਦਾ ਹੋਵੇ ਕਿ ਗੁਰਦੇਵ ਜੀ ਕਹਿੰਦੇ ਆ ਜੋ ਕੁਝ ਵੀ ਬਣਾਇਆ ਹੈ ਸੰਸਾਰ ਦੇ ਉੱਤੇ ਅਕਾਲ ਪੁਰਖ ਨੇ, ਉਹ ਸਾਰਾ ਕੁਝ ਸੱਚ ਹੈ। ਸੱਚ ਤੋਂ ਭਾਵ ਸਦੀਵੀ ਰਹਿਣ ਵਾਲਾ, ਖਤਮ ਨਾ ਹੋਣ ਵਾਲਾ। ਤੇ ਦੂਜੇ ਪਾਸੇ ਪਾਤਸ਼ਾਹ ਜੀ ਬਾਣੀ ਵਿੱਚ ਹੀ ਬਚਨ ਕਰਦੇ, ਕਹਿੰਦੇ ਸਾਰਾ ਕੁਝ ਜਿਹੜਾ ਸ੍ਰਿਸ਼ਟੀ ਹੈ, ਸੰਸਾਰ ਹੈ, ਪਦਾਰਥ ਨੇ, ਇਹ ਸਾਰਾ ਕੁਝ ਖਤਮ ਹੋਣ ਵਾਲਾ ਹੈ, ਭਾਵ ਨਾਸ਼ਵਾਨ ਹੈ। ਇਹ ਸਰੀਰ ਵੀ ਮੇਰਾ ਨਾਸ਼ਵਾਨ ਹੈ, ਖਤਮ ਹੋ ਜਾਵੇਗਾ, ਬਿਨਸ ਜਾਵੇਗਾ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਜੋ ਛੱਡ ਜਾਵੇਗਾ ਉਹਦੇ ਨਾਲ ਜਿਹੜਾ ਮਨੁੱਖ ਹੈ ਉਹ ਪ੍ਰੀਤ ਕਰਕੇ ਬੈਠਾ ਰਹਿੰਦਾ। ਹੁਣ ਇਹ ਸਾਡੇ ਮਨ ਦੇ ਵਿੱਚ ਦੁਬਿਧਾ ਪੈਦਾ ਹੋਵੇਗੀ ਕਿ ਭਾਈ ਇੱਕ ਪਾਸੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰਾ ਕੁਝ ਸੱਚ ਆ, ਭਾਵ ਸਦੀਵੀ ਰਹਿਣ ਵਾਲਾ, ਨਾਸ਼ ਨਾ ਹੋਣ ਵਾਲਾ, ਤੇ ਦੂਜੇ ਪਾਸੇ ਸਾਰਾ ਸਰੀਰ, ਸਾਰਾ ਸੰਸਾਰ ਜਿਹੜਾ ਉਹ ਵਿਨਸਣ ਵਾਲਾ ਹੈ, ਖਤਮ ਹੋਣ ਵਾਲਾ ਹੈ। ਆਓ ਇਸੇ ਵਿਚਾਰ ਨੂੰ ਆਪਾਂ ਅੱਜ ਸਮਝਣਾ ਹੈ। ਇਹ ਵਿਚਾਰ ਗੁਰੂ ਪਿਆਰਿਓ ਇਸ ਤਰ੍ਹਾਂ ਦੀ ਆ। ਪਹਿਲੀ ਗੱਲ ਤੇ ਇਹ ਹੈ ਕਿ ਸੰਸਾਰ ਦੇ ਅੰਦਰ ਦੋ ਤਰ੍ਹਾਂ ਦੀਆਂ ਕਲਾਵਾਂ ਹੁੰਦੀਆਂ ਨੇ। ਕਲਾ ਜਿਹਨੂੰ ਆਪਾਂ ਕਹਿੰਦੇ ਆ, ਕਿਸੇ ਦੇ ਹੱਥ ਦੇ ਵਿੱਚ ਕੋਈ ਕਲਾ ਹੈ, ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਤੇ ਉਹ ਕਲਾ ਹੈ ਜਿਹੜੀ ਕਲਾਕਾਰ ਤੋਂ ਵੱਖਰੀ ਹੋ ਜਾਂਦੀ ਆ। ਜਿਵੇਂ ਕਿਸੇ ਕਲਾਕਾਰ ਨੇ ਕੋਈ ਚਿੱਤਰ ਬਣਾਇਆ, ਹੁਣ ਚਿੱਤਰ ਵਿਕ ਗਿਆ, ਉਹਨੂੰ ਵੇਚ ਕੇ ਤੇ ਜਿਹੜਾ ਚਿੱਤਰ ਖਰੀਦਣ ਵਾਲਾ ਹੈ ਉਹ ਕਿਸੇ ਹੋਰ ਸ਼ਹਿਰ ਦਾ, ਮੰਨ ਲਓ ਅੰਮ੍ਰਿਤਸਰ ਦਾ ਹੈ, ਤੇ ਜਿਹੜਾ ਚਿੱਤਰ ਵੇਚਣ ਵਾਲਾ ਹੈ, ਮਾਫ ਕਰਨਾ, ਉਹ ਚੰਡੀਗੜ੍ਹ ਦਾ ਹੈ, ਤੇ ਜਿਹੜਾ ਹੁਣ ਚਿੱਤਰ ਬਣਾਉਣ ਵਾਲਾ ਹੈ ਉਹ ਇੱਕ ਵੱਖਰੇ ਸ਼ਹਿਰ ਦੇ ਵਿੱਚ ਬੈਠਾ, ਤੇ ਜਿਹੜਾ ਉਹਦਾ ਚਿੱਤਰ ਆ, ਜਿਹੜਾ ਉਸਨੇ ਬਣਾਇਆ ਹੈ, ਉਹ ਕਿਸੇ ਵੱਖਰੇ ਸ਼ਹਿਰ ਦੇ ਵਿੱਚ ਪੁੱਜ ਗਿਆ। ਜਾਂ ਕਹਿ ਲਈਏ ਮੂਰਤੀ ਬਣਾਉਣ ਵਾਲਾ ਹੈ। ਹੁਣ ਜਿਹੜਾ ਮੂਰਤੀ ਬਣਾਉਣ ਵਾਲਾ ਉਹ ਨੀਵੀਂ ਜਾਤ ਦਾ ਹੁੰਦਾ, ਤੇ ਉਹ ਮੂਰਤੀ ਬਣਾ ਕੇ, ਮੂਰਤੀ ਤਿਆਰ ਕਰਕੇ, ਤੇ ਉਸੇ ਮੂਰਤੀ ਨੂੰ ਜਦੋਂ ਮੰਦਿਰ ਦੇ ਵਿੱਚ ਸ਼ੋਭਿਤ ਕਰ ਦਿੱਤਾ ਜਾਂਦਾ, ਸੁਭਾਇਮਾਨ ਕਰ ਦਿੱਤਾ ਜਾਂਦਾ, ਜਿਹਨੂੰ ਆਪਾਂ ਸਥਾਪਨਾ ਦਿਵਸ ਕਹਿੰਦੇ ਆ,
कि इनू थाप दिता, मूर्ति नू स्थापना हो गई। उस मूर्ति दे दर्शन करन वास्ते, उस मूर्ति नू मत्था टेकन वास्ते जिने बनाई आ वो नीची कुल दा, छोटी जात दा, वो आप भी उस मंदिर दे विच नहीं जा सकदा। भाव मूर्ति जिहड़ी वो वखरी हो गई उहदे कोल। संसार ते दो तरह की कला है। एक तरह की कला यह है कि कलाकार दे कोलों कला वखरी हो जाती है। दूजे तरह की गुरु प्यारियों कला है एक नाच करन वाला है। वो जेड़ा नाच करन वाला, ओदा जेड़ा नाच है, ओदा जेड़ा नृत्य है, वो उदों तक ही है जदों तक वो आप सुभायमान है, आप विराजमान है। विचार नूं समझण दा यतन करना रहस्यमयी विचार है। जदों तक नाच नृत्य करन वाला आप जिउंदा है, उदों तक ही उहदा नृत्य जिउंदा है। ते ये भी विचार है कि जे नृत्य करन वाला आप किते बैठा है, किसी शहर दे विच, मान लो चंडीगढ़ दे विच बैठा है, ते वो उत्थे ही नृत्य कर सकता है। ये नहीं हो सकता कि उहदा नृत्य जिहड़ा अमृतसर दे विच हो रहा होवे ते आप वो चंडीगढ़ दे विच बैठा होवे, जां उहदा नृत्य जिहड़ा वो बाहर किसी देश दे विच, किसी कंट्री दे विच हो रहा होवे ते आप वो इत्थे भारत दे विच जां पंजाब दे विच बैठा होवे। भाव नृत्य करन वाले दी जिहड़ी कला है, वो नृत्य उहदे नालों वखरा नहीं, उहदे अंदर ही छुपिया है। जेड़ा बुलारा है, उहदे जिहड़े बोल ने उहदे अंदर ही छुपे आ। उहदे बोलां नूं लिखती रूप दिता जा सकता है, पर जिहड़ी बोलण दी कला है वो उदों तक ही है जदों तक बुलारा जिउंदा है। ते हुण आपां अपनी विचार ते आ जाइए। गुरदेव जी कहंदे सच्चे तेरे खंड, भाव सच्चे ने तेरे सारे संसार दे जिन्ने भी टुकड़े ने सारे सच्चे ही आ। सच्चे ब्रह्मांड, फिर ब्रह्मांड भी जिन्ने भी ने, जिन्नियां भी साडियां गलैक्सियां ने, जिन्ने भी साडे तारा मंडल ने, सारे सच्चे ने। सच्चे तो भाव सदीवी रहन वाले। सदीवी किवें रहन वाले आ? एक ते दा कारण यह है कि सच्चे तां ने क्योंकि इन्हां दे विच अकाल पुरख आप वसदा। ते जिवें आपां हुणे विचार कीती कि जदों तक अकाल पुरख आप सुभायमान है, उदों तक उहदी कला भी सुभायमान है। जिवें नृत्य करन वाला जदों तक जिउंदा है, उहदा नृत्य भी उदों तक जिउंदा है। ते अकाल पुरख नाशवान नहीं है, जुगो जुग अटल है। ते इस करके उहदी जिहड़ी कला है वो भी सदीवी रहन वाली। दूजा कारण गुरु प्यारियों ये है कि जिवें आपां आरंभता ते विचार कीती कि धर्म दी दिव्य दृष्टि है धार्मिक जगत दी, जो पातशाह जी ने अज दे श्लोक दे विच बयान कीती है। भाव इत्थे ये है, दिव्य दृष्टि तो भाव हुंदा जी दूर दी दृष्टि, दूर दी सोच। जिवें संसार दे अंदर जो कुछ भी पैदा होया, गुरदेव पिता जी जपजी साहब दे अंदर वचन करदे, आसन लोए लोए भंडार, जो किछ पाया सो एका वार। इक्को वारी उन्हें सृष्टि दे विच जिन्नी मिट्टी दी लोड़ सी उन्हें इक्को वारा पा दित्ती, जिन्ने जल दी लोड़ सी उन्हें इक्को वारा सृष्टि दे विच पा दित्ता। सब तो पहला 5 तत्त बने ने ते 5 तत्तां तो ही सारा संसार सारी सृष्टि बनी। विग्यानी अज इस गल नूं मनदे ने। जिन्नी हवा दी लोड़ सी उसने सृष्टि दे विच पा दित्ती, जिन्नी अग दी, जिन्नी बैसंतर दी, जिन्नी तपश दी लोड़ सी उसने सृष्टि दे विच पा दित्ती। दोबारा उन्हें कुछ नहीं पाया। सुखमनी साहब दे अंदर बचन आउंदा, नह किश जन्मै नह किश मरै, आपन चलत आप ही करै। भाव ना ते कोई संसार ते मरदा है जी, ते ना ही कोई संसार ते जिउंदा है। जन्मदा है, जन्मदा नहीं, मरदा भी नहीं, उपजदा है ते बिनसदा है। जो उपजिया है भाव वो है सी पहला। जिवें बीज उगदा है, उपजदा है, उपजन तो भाव बीज पहला सी, उसनूं धरती विच बो के गुप्त रूप दे विच सुभाईमान सी, वो प्रगट होया, वो उपजिया है, पैदा होया, जन्मिया नहीं।
ਤੇ ਬਿਨਸਦਾ ਹੈ, ਭਾਵ ਵਿੱਚ ਮਿੱਟੀ ਦੇ ਮਿਲ ਜਾਂਦਾ ਆਪਣਾ ਰੂਪ ਦੁਬਾਰਾ ਪਰਿਵਰਤਨਸ਼ੀਲ ਹੈ। ਇਹਨੂੰ ਕਹਿ ਲਈਏ ਕਿ ਸਾਰੀ ਸ੍ਰਿਸ਼ਟੀ ਜਿਹੜੀ ਆ ਉਹ ਪਰਿਵਰਤਨਸ਼ੀਲ ਹੈ। ਇੱਕ ਆਪਾਂ ਸ੍ਰਿਸ਼ਟੀ ਦੇ ਇੱਕ ਚੱਕਰ ਦੀ ਗੱਲ ਕਰੀਏ, ਬਾਕੀ ਸਾਰੀ ਸ੍ਰਿਸ਼ਟੀ ਇਸੇ ਚੱਕਰ ਦੇ ਅੰਦਰ ਸਭਾਇਮਾਨ ਆ ਜੀ। ਜਿਵੇਂ ਆਪਾਂ ਕਹਿ ਲਈਏ ਕਿ ਪਹਿਲਾਂ ਸਮੁੰਦਰ ਦਾ ਜਲ ਜਿਹੜਾ ਉਹ ਸੂਰਜ ਦੀ ਤਪਸ਼ ਦੇ ਨਾਲ ਵਾਸ਼ਪ ਰੂਪ ਦੇ ਵਿੱਚ ਬਣ ਕੇ ਤੇ ਬੱਦਲ ਬਣਦਾ ਹੈ। ਬੱਦਲ ਬਣ ਕੇ ਉਹ ਹਵਾ ਦੇ ਨਾਲ ਘੁੰਮ ਕੇ ਤੇ ਪਹਾੜਾਂ ਦੇ ਨਾਲ ਜਾ ਕੇ ਟਕਰਾਉਂਦਾ ਤੇ ਫਿਰ ਵਰਖਾ ਹੁੰਦੀ ਹੈ। ਹੁਣ ਵਰਖਾ ਕਰਕੇ ਉਹੋ ਹੀ ਜਲ ਜਿਹੜਾ ਹੈ ਉਹ ਕਦੇ ਕਿਸੇ ਟੋਭੇ ਦੇ ਵਿੱਚ, ਕਦੇ ਕਿਸੇ ਨਾਲੇ ਦੇ ਵਿੱਚ, ਕਦੇ ਕਿਸੇ ਨਾਲੀਆਂ ਦੇ ਵਿੱਚੋਂ ਦੀ ਹੁੰਦਾ ਹੋਇਆ ਛੱਪੜਾਂ ਦੇ ਵਿੱਚੋਂ ਦੀ, ਨਦੀਆਂ ਦੇ ਵਿੱਚੋਂ ਦੀ, ਨਾਲਿਆਂ ਦੇ ਵਿੱਚੋਂ ਦੀ ਦਰਿਆ ਦੇ ਵਿੱਚ ਜਾਂਦਾ, ਦਰਿਆਵਾਂ ਦੇ ਵਿੱਚੋਂ ਵੱਡੀਆਂ ਨਦੀਆਂ ਦੇ ਵਿੱਚ ਜਾਂਦਾ, ਨਦੀਆਂ ਦੇ ਵਿੱਚੋਂ ਜਾ ਕੇ ਫਿਰ ਸਮੁੰਦਰ ਦੇ ਵਿੱਚ ਸਮਾ ਜਾਂਦਾ। ਭਾਵ ਪਰਿਵਰਤਨਸ਼ੀਲ ਹੈ, ਉਹਦਾ ਰੂਪ ਬਦਲਿਆ ਹੈ। ਪਹਿਲਾਂ ਵਾਸ਼ਪ ਦੇ ਰੂਪ ਵਿੱਚ ਆਇਆ, ਫਿਰ ਬੱਦਲਾਂ ਦੇ ਰੂਪ ਵਿੱਚ ਆਇਆ, ਫਿਰ ਜਲ ਦੇ ਰੂਪ ਵਿੱਚ ਆਇਆ ਤੇ ਫਿਰ ਦੁਬਾਰਾ ਨਦੀਆਂ, ਨਾਲਿਆਂ ਦੇ, ਦਰਿਆਵਾਂ ਦੇ, ਸਮੁੰਦਰ ਦੇ ਰੂਪ ਦੇ ਵਿੱਚ ਜਾ ਕੇ ਤੇ ਫਿਰ ਸਮਾ ਗਿਆ, ਫਿਰ ਮਹਾਸਾਗਰ ਦੇ ਵਿੱਚ ਜਾ ਕੇ ਸਮਾ ਗਿਆ। ਭਾਵ ਸਾਰਾ ਕੁਝ ਉਹਦੇ ਤੋਂ ਉਪਜਿਆ ਤੇ ਉੱਥੇ ਹੀ ਬਿਨਸ ਗਿਆ, ਉਹਦੇ ਵਿੱਚ ਹੀ ਜਾ ਕੇ ਸਮਾ ਗਿਆ। ਨਹਿ ਕਿਛ ਜਨਮੈ ਨਹਿ ਕਿਛ ਮਰੈ। ਹੁਣ ਜੇ ਆਪਾਂ ਦਿਵ ਦ੍ਰਿਸ਼ਟੀ ਦੀ ਗੱਲ ਇਸ ਕਰਕੇ ਆਪਾਂ ਕਰ ਰਹੇ ਗੁਰੂ ਪਿਆਰਿਓ ਕਿ ਗੁਰਦੇਵ ਜੀ ਨੇ ਆਖਿਆ ਇੱਥੇ ਕਿ ਸਾਰਾ ਕੁਝ ਸੱਚ ਆ, ਹੈ ਸਾਰਾ ਕੁਝ ਬਿਨਸਨਹਾਰ ਵੀ, ਖਤਮ ਹੋਣ ਵਾਲਾ ਵੀ ਆ। ਜੇ ਆਪਾਂ ਇਹਨਾਂ ਨੂੰ ਭਿੰਨ ਭਿੰਨ ਰੂਪ ਕਰਕੇ ਵੇਖੀਏ, ਜੇ ਆਪਾਂ ਇਹਨਾਂ ਸਭ ਨੂੰ ਵੱਖਰਾ ਵੱਖਰਾ ਕਰਕੇ ਵੇਖੀਏ ਨਾ ਜੀ, ਤੇ ਇਹ ਸਾਰਾ ਕੁਝ ਬਿਨਸਨਹਾਰ, ਖਤਮ ਹੋਣ ਵਾਲਾ। ਜਿਵੇਂ ਆਪਾਂ ਕਹਿ ਲਈਏ, ਹੁਣ ਆਪਾਂ ਘਰ ਦੇ ਵਿੱਚ ਵੇਖਦੇ ਹਾਂ, ਆਪਾਂ ਆਪਣੇ ਪਰਿਵਾਰ ਨੂੰ ਜੀਵਾਂ ਦੇ ਰੂਪ 'ਚ ਨਹੀਂ ਵੇਖ ਰਹੇ ਕਿ ਇਹ ਸਾਰੇ ਜੀਵ ਸੰਸਾਰ ਦੇ ਉੱਪਰ ਪੈਦਾ ਹੋਏ ਆ। ਆਪਾਂ ਆਪਣੇ ਘਰ ਦੇ ਵਿੱਚ ਆਪਣੇ ਮਾਂ ਪਿਓ ਭਰਾ ਦੇ ਤੌਰ ਤੇ ਵੇਖਦੇ ਆ ਸਾਰਿਆਂ ਨੂੰ, ਤੇ ਭਰਾ ਨੇ ਇੱਕ ਦਿਨ ਖਤਮ ਹੋ ਜਾਣਾ ਆ, ਪਰ ਅਸਲ ਦੇ ਵਿੱਚ ਉਹ ਸਾਡਾ ਭਰਾ ਨਹੀਂ ਹੈ। ਅਸਲ ਦੇ ਵਿੱਚ ਉਹ ਜੋਤ ਸਰੂਪ ਹੈ, ਤੇ ਜਿਹੜੀ ਜੋਤ ਆ ਉਹ ਜੋਤ ਅਕਾਲ ਪੁਰਖ ਦੇ ਵਿੱਚ ਰਲ ਜਾਣੀ, ਤੇ ਜਿਹੜੀ ਮਿੱਟੀ ਹੈ ਉਹ ਮਿੱਟੀ ਦੇ ਵਿੱਚ ਸਮਾ ਜਾਣੀ, ਜਿਹੜਾ ਪਾਣੀ ਹੈ ਉਹ ਪਾਣੀ ਦੇ ਵਿੱਚ ਸਮਾ ਜਾਣਾ, ਜਿਹੜੀ ਅੱਗ ਹੈ ਉਹ ਅੱਗ ਦੇ ਵਿੱਚ ਸਮਾ ਜਾਣੀ। ਇਸ ਤਰ੍ਹਾਂ ਸਾਡੇ ਜਿਹੜੇ ਪੰਜੇ ਤੱਤ ਨੇ ਉਹ ਪੰਜ ਤੱਤਾਂ ਦੇ ਵਿੱਚ ਸਮਾ ਜਾਣੇ, ਜਿਹਨੂੰ ਗੁਰਦੇਵ ਜੀ ਬਾਣੀ ਦੇ ਵਿੱਚ ਕਹਿੰਦੇ ਪਵਨੇ ਮਹਿ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਿੱਟੀ ਮਿੱਟੀ ਦੇ ਵਿੱਚ ਸਮਾ ਗਈ, ਤੇ ਹੁਣ ਰੋਵਣ ਹਾਰਾ ਕਿਹਨੂੰ ਵੇਖ ਕੇ ਰੋ ਰਿਹਾ ਹੈ? ਕਿਉਂਕਿ ਉੱਥੇ ਤੇ ਨਾ ਕੋਈ ਸੀ ਤੇ ਨਾ ਹੀ ਕੋਈ ਹੈ। ਭਾਵ ਉਹ ਜਿਹੜਾ ਸਰੀਰ ਪੈਦਾ ਹੋਇਆ ਉਹ ਮਿੱਟੀ ਸੀ, ਤੇ ਮਿੱਟੀ ਦੇ ਵਿੱਚ ਹੀ ਦੁਬਾਰਾ ਮਿਲ ਗਿਆ, ਤੇ ਜਿਹੜੀ ਜੋਤ ਸੀ ਉਹ ਅਕਾਲ ਪੁਰਖ ਦਾ ਸਰੂਪ ਸੀ, ਅਕਾਲ ਪੁਰਖ ਦੇ ਵਿੱਚ ਦੁਬਾਰਾ ਮਿਲ ਗਈ। ਹੁਣ ਉਹਦਾ ਚਲਿਤ ਹੈ ਅਕਾਲ ਪੁਰਖ ਦਾ ਇਹ ਖੇਡ ਹੈ ਕਿ ਉਹ ਦੁਬਾਰਾ ਉਸ ਸਰੀਰ ਦੇ ਨਾਲ ਦਾ ਕੋਈ ਹੋਰ ਸਰੀਰ ਪੈਦਾ ਕਰ ਸਕਦਾ ਹੈ। ਭਾਵ ਜੇ ਆਪਾਂ ਜੀਵ ਦੇ ਰੂਪ 'ਚ ਵੇਖੀਏ ਤੇ ਕੁਝ ਵੀ ਖਤਮ ਨਹੀਂ ਹੋਇਆ, ਪਰ ਜੇ ਮੈਂ ਆਪਣੇ ਭਰਾ ਦੇ ਰੂਪ ਦੇ ਵਿੱਚ ਵੇਖਾਂ ਤੇ ਫਿਰ ਮੇਰਾ ਭਰਾ ਖਤਮ ਹੋ ਗਿਆ। ਕਹਿਣ ਤੋਂ ਭਾਵ ਇਹ ਹੈ ਕਿ ਜੇ ਆਪਾਂ ਸਾਰਿਆਂ ਨੂੰ ਵੱਖਰਾ ਵੱਖਰਾ ਭਾਵ ਤੋੜ ਕੇ ਭਿੰਨ ਭਿੰਨ ਕਰਕੇ ਵੇਖਾਂਗੇ ਤੇ ਫਿਰ ਸਾਡੇ ਭਾਣੇ ਸਾਰੇ ਜੀਵ ਜਿਹੜੇ ਉਹ ਮਰਨ ਵਾਲੇ ਨੇ, ਖਤਮ ਹੋਣ ਵਾਲੇ ਨੇ। ਪਰ ਗੁਰਦੇਵ ਜੀ ਕਹਿੰਦੇ ਖਤਮ ਹੋਣ ਵਾਲਾ ਕੁਝ ਨਹੀਂ। ਜਿਵੇਂ ਆਪਾਂ ਆਪਣੀ ਉਦਾਹਰਣ ਤੇ ਧਿਆਨ ਦਈਏ, ਜਿਹੜੀ ਆਪਾਂ ਉਦਾਹਰਣ ਰੱਖੀ ਆ ਜੀ ਸੰਸਾਰ ਦੇ ਪਰਿਵਰਤਨ ਰੂਪ ਦੀ, ਪਰਿਵਰਤਨਸ਼ੀਲ ਹੈ ਨਹੀਂ ਜੀ ਸਾਰਾ ਕੁਝ, ਤੇ ਆਪਾਂ ਜਿਹੜੇ ਸੰਸਾਰ ਦੇ ਪਰਿਵਰਤਨ ਦੀ ਉਦਾਹਰਣ ਰੱਖੀ ਹੈ ਕਿ ਸਮੁੰਦਰ ਦੇ ਵਿੱਚੋਂ ਜਲ ਵਾਸ਼ਪ ਦੇ ਰੂਪ ਵਿੱਚ ਬੱਦਲ ਬਣੇ, ਬੱਦਲਾਂ ਨੇ ਜਾ ਕੇ ਪਹਾੜਾਂ ਨਾਲ ਟਕਰਾ ਕੇ ਮੀਂਹ ਲਿਆਂਦਾ। ਮੀਂਹ ਜਿਹੜਾ ਉਹ ਸਾਰੇ ਅਨੇਕਾਂ ਜਲ ਦੇ ਜਿਹੜੇ ਸੋਮਿਆਂ ਦੇ ਵਿੱਚੋਂ ਹੁੰਦਾ ਹੋਇਆ ਤੇ ਸਮੁੰਦਰ ਦੇ ਵਿੱਚ, ਮਹਾਸਾਗਰ ਦੇ ਵਿੱਚ ਜਾ ਕੇ ਸਮਾ ਗਿਆ। ਜਿਹੜਾ ਹੁਣ ਬਰਫ਼ ਦੇ ਰੂਪ ਦੇ ਵਿੱਚ ਕਿਸੇ ਪਹਾੜ ਤੇ ਡਿੱਗਿਆ ਸੀ, ਉਹ ਬਰਫ਼ ਵੀ ਸੂਰਜ ਦੀਆਂ ਕਿਰਨਾਂ ਦੇ ਨਾਲ ਗਲ ਕੇ ਤੇ ਫਿਰ ਨਦੀਆਂ ਨਾਲਿਆਂ ਦੇ ਦਰਿਆਵਾਂ ਦੇ ਰਾਹੀਂ ਹੁੰਦੀ ਹੋਈ ਫਿਰ ਸਮੁੰਦਰ ਦੇ ਵਿੱਚ ਸਮਾ ਗਈ। ਭਾਵ ਫਿਰ ਉੱਥੇ ਹੀ ਆ ਗਿਆ। ਹੁਣ ਜਿਹੜਾ ਤੇ ਜੀਵ ਜੀ ਇਹਨੂੰ
ਵੱਖ-ਵੱਖ ਕਰਕੇ ਵੇਖ ਰਿਹਾ ਇਸ ਸਾਰੇ ਕਾਰਜ ਨੂੰ। ਜਿਹਨੇ ਤੇ ਬੱਦਲ ਵੇਖਿਆ ਉਹ ਹੁਣ ਬੱਦਲ ਨੂੰ ਵੇਖ ਕੇ ਆਖਦਾ ਆ, ਭਾਈ ਅੱਜ ਬੱਦਲ ਬੜੇ ਸੋਹਣੇ ਹੋਏ। ਹੁਣ ਬੱਦਲ ਹੋਏ ਨੇ ਤੇ ਜਦੋਂ ਬੱਦਲਾਂ ਨੇ ਮੀਂਹ ਦੀ ਵਰਖਾ ਕਰ ਦਿੱਤੀ ਤੇ ਬੱਦਲ ਹੋ ਜਾਣੇ ਖਤਮ। ਜੇ ਤਾਂ ਅਸੀਂ ਕੱਲਾ ਬੱਦਲ ਨੂੰ ਵੇਖ ਰਹੇ ਹਾਂ ਤੇ ਫਿਰ ਸਾਡੇ ਭਾਣੇ ਬੱਦਲ ਜਿਹੜਾ ਉਹ ਖਤਮ ਹੋ ਗਿਆ, ਪਰ ਬੱਦਲ ਅਸਲ ਦੇ ਵਿੱਚ ਖਤਮ ਨਹੀਂ ਹੋਇਆ। ਉਸਨੇ ਰੂਪ ਵਟਾ ਲਿਆ, ਉਹ ਜਲ ਦਾ ਰੂਪ ਧਾਰ ਕੇ ਫਿਰ ਧਰਤੀ ਤੇ ਆ ਗਿਆ। ਉਹ ਕਿਸੇ ਖੂਹ ਦੇ ਵਿੱਚ ਡਿੱਗਿਆ ਹੈ, ਉਹ ਕਿਸੇ ਨਾਲੀ ਦੇ ਵਿੱਚ ਡਿੱਗਿਆ ਹੈ, ਉਹ ਕਿਸੇ ਨਾਲੇ ਦੇ ਵਿੱਚ, ਕਿਸੇ ਦਰਿਆ ਵਿੱਚ, ਕਿਸੇ ਸਮੁੰਦਰ ਵਿੱਚ ਡਿੱਗਿਆ ਹੈ। ਖਤਮ ਨਹੀਂ ਹੋਇਆ, ਉਹ ਪਰਿਵਰਤਨਸ਼ੀਲ ਹੋਇਆ ਹੈ। ਤੇ ਜੇ ਆਪਾਂ ਹੁਣ ਕਹਿ ਲਈਏ, ਕਿਸੇ ਪੁਸਤਕ ਦੇ ਵਿੱਚ ਮੈਂ ਬੜੀ ਸੋਹਣੀ ਵਿਚਾਰ ਪੜ੍ਹੀ, ਇਸੇ ਬਾਬਤ ਬੜੀ ਸੁੰਦਰ ਵਿਚਾਰ ਹੈ ਕਿ ਜੇ ਕੋਈ ਪੁਰਖ ਕਿਸੇ ਜਹਾਜ਼ ਦੇ ਵਿੱਚ ਬੈਠ ਕੇ ਤੇ ਜਦੋਂ ਉੱਚਾ ਉੱਡਦਾ ਨਾ ਤੇ ਉਹ ਥੋੜਾ ਜਿਹਾ ਜਦੋਂ ਹੋਰ ਉੱਪਰ ਜਾਂਦਾ, ਥੋੜਾ ਜਿਹਾ ਹੋਰ ਉੱਪਰ ਜਾ ਕੇ ਤੇ ਉਹਨੂੰ ਆ ਸੰਸਾਰ ਦੇ ਸਾਰੇ ਕਾਰਜ ਇਕੱਠੇ ਹੁੰਦੇ ਹੋਏ ਦਿਖਾ ਦੇ ਰਹੇ ਨੇ। ਜਿਵੇਂ ਉਹ ਹੁਣ ਪਹਾੜ ਦੀ ਚੋਟੀ ਨੂੰ ਵੀ ਵੇਖ ਰਿਹਾ ਉੱਪਰੋਂ ਦੀ, ਜਦੋਂ ਉੱਪਰ ਜਹਾਜ਼ ਦੇ ਵਿੱਚ ਪੁੱਜ ਗਿਆ ਤੇ ਉਹ ਪਹਾੜ ਦੀ ਚੋਟੀ ਨੂੰ ਵੀ ਵੇਖ ਰਿਹਾ, ਉਹ ਸਮੁੰਦਰ ਨੂੰ ਵੀ ਵੇਖ ਰਿਹਾ ਹੈ, ਉਹ ਬੱਦਲ ਨੂੰ ਵੀ ਵੇਖ ਰਿਹਾ ਹੈ ਤੇ ਉਹ ਬੱਦਲ ਨੂੰ ਵਰਦਿਆਂ ਵੀ ਵੇਖ ਰਿਹਾ। ਹੁਣ ਉਸਨੇ ਸਾਰਾ ਕਾਰਜ ਇਕੱਠਾ ਵੇਖਿਆ। ਸਮਝਣ ਦਾ ਯਤਨ ਕਰਨਾ, ਆਪ ਦੇ ਸੁਰਤ ਦੇ ਵਿੱਚ ਇਕਾਗਰਤਾ ਦੇ ਨਾਲ ਵਿਚਾਰ ਵਸ ਜਾਵੇ, ਸਾਡੇ ਸਮਝ ਦੇ ਵਿੱਚ ਆ ਜਾਵੇ। ਕਿਉਂਕਿ ਡੂੰਘੀ ਵਿਚਾਰ, ਬਹੁਤ ਸੁੰਦਰ ਵਿਚਾਰ ਪਾਤਸ਼ਾਹ ਜੀ ਨੇ ਆਸਾ ਕੀ ਵਾਰ ਬਾਣੀ ਦੇ ਵਿੱਚ ਦਿੱਤੀ ਆ ਜੀ। ਬੁੱਧ ਦਾ ਪ੍ਰਗਾਸ ਹੁੰਦਾ ਹੈ ਬਾਣੀ ਦੀ ਵਿਚਾਰ ਨੂੰ ਸਰਵਣ ਕਰਨ ਸਮਝਣ ਦੇ ਨਾਲ। ਤੇ ਉੱਥੇ ਜਿਹੜਾ ਜੀਵ ਜਹਾਜ਼ ਦੇ ਵਿੱਚ ਉੱਪਰੋਂ ਦੀ ਵੇਖ ਰਿਹਾ ਹੈ, ਉਸਨੇ ਇਹ ਸਾਰਾ ਕਾਰਜ ਇਕੱਠਿਆਂ ਹੁੰਦਿਆਂ ਵੇਖਿਆ। ਉਸਨੇ ਵੇਖਿਆ ਸਮੁੰਦਰ ਦੇ ਵਿੱਚੋਂ ਜਲ ਜਿਹੜਾ ਉਹ ਵਾਸ਼ਪ ਬਣ ਕੇ ਬੱਦਲ ਬਣਿਆ, ਬੱਦਲ ਬਣ ਕੇ ਤੇ ਉਹ ਪਹਾੜ ਦੇ ਨਾਲ ਜਾ ਕੇ ਟਕਰਾਇਆ। ਉਹ ਸਾਰੇ ਨੂੰ ਵੇਖ ਰਿਹਾ, ਉਹ ਪਹਾੜ ਵੀ ਵੇਖ ਰਿਹਾ ਹੈ ਤੇ ਉਹ ਪਹਾੜ ਦੇ ਨਾਲ ਟਕਰਾ ਕੇ ਉਹ ਜਲ ਦੀਆਂ ਬੂੰਦਾਂ ਨੂੰ ਥੱਲੇ ਡਿੱਗਦਿਆਂ ਵੀ ਵੇਖ ਰਿਹਾ। ਥੱਲੇ ਡਿੱਗ ਕੇ ਉਹਨਾਂ ਨੂੰ ਖੂਹ ਦੇ ਵਿੱਚੋਂ, ਨਾਲਿਆਂ ਦੇ ਵਿੱਚੋਂ, ਗਲੀਆਂ ਦੇ ਵਿੱਚੋਂ ਲੰਘ ਕੇ ਉਸ ਪਾਣੀ ਨੂੰ ਨਾਲੇ ਦੇ ਵਿੱਚ ਆ ਕੇ, ਨਾਲੇ ਤੋਂ ਦਰਿਆ ਦੇ ਵਿੱਚ ਜਾ ਕੇ, ਦਰਿਆ ਤੋਂ ਨਦੀਆਂ ਦੇ ਵਿੱਚ, ਨਹਿਰਾਂ ਦੇ ਵਿੱਚ ਜਾ ਕੇ ਤੇ ਉਸਨੇ ਸਮੁੰਦਰ ਦੇ ਵਿੱਚ ਜਾਂਦਿਆਂ ਵੀ ਵੇਖਿਆ। ਤੇ ਬਿਲਕੁਲ ਇਹੋ ਹੀ ਗੱਲ ਜੇ ਜਦੋਂ ਆਪਾਂ ਸੁਰਤ ਨੂੰ ਥੋੜਾ ਉੱਚਾ ਚੁੱਕਾਂਗੇ ਗੁਰੂ ਦੇ ਸ਼ਬਦ ਦੇ ਰਾਹੀਂ, ਜਦੋਂ ਸਾਡੀ ਸੁਰਤ ਉਸ ਅਵਸਥਾ ਦੇ ਵਿੱਚ ਪੁੱਜ ਜਾਵੇਗੀ ਜਿਸ ਅਵਸਥਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਆ ਬਚਨ ਕੀਤੇ ਨੇ। ਗੁਰਦੇਵ ਜੀ ਕਹਿੰਦੇ, ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ। ਇਹ ਆਪਾਂ ਸਾਥੀ ਵਿਚਾਰ ਨੂੰ ਸਮਝੀਏ। ਆਓ ਸ਼ਬਦ ਦੇ ਸ਼ਬਦੀ ਅਰਥਾਂ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਪਾਤਸ਼ਾਹ ਜੀ ਕਰਦੇ ਸੱਚੇ ਦੇ ਖੰਡ, ਭਾਵ ਸੰਸਾਰ ਦੇ ਜਿੰਨੇ ਵੀ ਟੁਕੜੇ, ਜਿੰਨੇ ਖੰਡ ਨੇ, ਜਿੰਨੇ ਬ੍ਰਹਮੰਡ ਨੇ, ਇਹ ਸਭ ਕੁਝ ਸੱਚ ਹੈ, ਇਹਦੇ ਵਿੱਚ ਝੂਠ ਨਹੀਂ, ਪਰ ਇਹ ਪਰਿਵਰਤਨਸ਼ੀਲ ਹੈ। ਸਮਾਂ ਆਉਣ ਤੇ ਜੇ ਅਕਾਲ ਦਾ ਹੁਕਮ ਹੋਵੇਗਾ ਤੇ ਉਹ ਇਹਨਾਂ ਨੂੰ ਬਲਕਿ ਕਿਸੇ ਹੋਰ ਤਰ੍ਹਾਂ ਦਾ ਰੂਪ ਵੀ ਦੇ ਸਕਦਾ ਹੈ। ਭਾਵ ਸੰਸਾਰ ਦੇ ਜੀਵਾਂ ਦਾ, ਸੰਸਾਰ ਦੇ ਲੋਕਾਂ ਦਾ, ਅਸਾਂ ਦਾ ਉੱਤੇ ਕੋਈ ਜ਼ੋਰ ਨਹੀਂ ਚੱਲ ਸਕਦਾ ਜੇ ਉਹ ਇਸ ਨੂੰ ਦੁਬਾਰਾ ਬਦਲ ਕੇ ਕਿਸੇ ਹੋਰ ਰੂਪ ਦੇ ਵਿੱਚ ਸੁਭਾਇਮਾਨ ਕਰ ਦੇ, ਤੇ ਅਸੀਂ ਉੱਥੇ ਕੋਈ ਜ਼ੋਰ ਨਹੀਂ ਚਲਾ ਸਕਦੇ। ਪਰ ਹੈ ਸਾਰਾ ਕੁਝ ਸੱਚ, ਇਹਦੇ ਵਿੱਚ ਝੂਠ ਨਹੀਂ ਹੈ। ਇਹ ਪਿਆਰਿਓ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਰਕੇ ਕੀਤੇ ਕਿਉਂਕਿ ਉਸ ਸਮੇਂ, ਜਿਸ ਸਮੇਂ ਗੁਰੂ ਨਾਨਕ ਪਾਤਸ਼ਾਹ ਦਾ ਸਮੇਂ ਦੌਰਾਨ ਪ੍ਰਚਾਰਕ ਫੇਰੀਆਂ ਕਰ ਰਹੇ ਨੇ ਦੂਰ ਦੂਰ ਜਾ ਕੇ, ਤੇ ਜਲਦੇ ਹੋਏ ਦੁੱਖਾਂ ਦੇ ਸਾਗਰ ਦੇ ਵਿੱਚ, ਦੁੱਖਾਂ ਦੀ ਅੱਗ ਦੇ ਵਿੱਚ ਸੜ ਰਹੇ, ਦੁੱਖਾਂ ਦੇ ਸਾਗਰ ਵਿੱਚ ਡੁੱਬ ਰਹੇ ਜਗਤ ਨੂੰ ਬਚਾਉਣ ਦਾ ਉਪਰਾਲਾ ਗੁਰੂ ਪਾਤਸ਼ਾਹ ਜੀ ਨੇ ਕੀਤਾ ਹੈ। ਉਸ ਸਮੇਂ ਲੋਕ ਜਿਹੜੇ ਨੇ ਉਹ ਸੰਸਾਰ ਦੇ ਦੁੱਖਾਂ ਤੋਂ ਦੁਖੀ ਹੋ ਕੇ, ਸੰਸਾਰ ਛੱਡ ਕੇ ਝੂਠ ਬਿਆਨ ਕਰਕੇ ਤੇ ਜੰਗਲਾਂ ਦੇ ਵਿੱਚ ਜਾ ਰਹੇ ਨੇ। ਇਸ ਕਰਕੇ ਪਿਤਾ ਜੀ ਨੇ ਆਸ਼ੀਸ਼ ਕੀਤੀ ਸਾਡੇ ਉੱਪਰ ਕਿ ਨਹੀਂ ਭਾਈ, ਸੰਸਾਰ ਜਿਹੜਾ ਇਹ ਝੂਠਾ ਨਹੀਂ,
ਇਹ ਬਿਨਸਨਹਾਰ ਇਹ ਖਤਮ ਹੋਣ ਵਾਲਾ ਨਹੀਂ, ਇਹ ਪਰਿਵਰਤਨਸ਼ੀਲ ਹੈ। ਇਹ ਮਤ ਸੋਚੋ ਕਿ ਇਹ ਖਤਮ ਹੋਣ ਵਾਲਾ ਹੈ। ਜਦੋਂ ਅਸੀਂ ਇੱਕ ਦੇ ਨਾਲ, ਕਿਸੇ ਸੰਸਾਰ ਦੀ ਇੱਕ ਵਸਤੂ ਦੇ ਨਾਲ ਪ੍ਰੇਮ ਪਾ ਕੇ, ਮੋਹ ਪਾ ਕੇ ਬੈਠ ਜਾਵਾਂਗੇ ਤੇ ਫਿਰ ਉਹ ਵਸਤੂ ਸਾਡੇ ਕੋਲੋਂ ਦੂਰ ਹੋ ਜਾਂਦੀ, ਜ਼ਰੂਰ ਖਤਮ ਹੋ ਜਾਂਦੀ ਹੈ, ਪਰ ਉਹ ਅਸਲ ਦੇ ਵਿੱਚ ਗਈ ਕਿਤੇ ਨਹੀਂ, ਸੰਸਾਰ ਦੇ ਵਿੱਚ ਹੀ ਹੈ, ਪਰ ਉਸ ਦਾ ਰੂਪ ਬਦਲ ਗਿਆ ਹੈ। ਕਲਗੀਧਰ ਪਾਤਸ਼ਾਹ ਬਚਨ ਕਰਦੇ, ਕਹਿੰਦੇ ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਸੰਸਾਰ ਦੇ ਵਿੱਚ ਕੁਝ ਵੀ ਨਾ ਘਟ ਰਿਹਾ ਨਾ ਵੱਧ ਰਿਹਾ। ਇਸ ਸਾਰੇ ਰੂਪ ਦੇ ਵਿੱਚ, ਸਾਰੇ ਪਰਿਵਰਤਨ ਦੇ ਵਿੱਚ ਕੁਦਰਤ ਦੇ ਜਲ ਦਾ ਇੱਕ ਵੀ ਤੁਪਕਾ ਘਟਿਆ ਨਹੀਂ। ਜਿੰਨਾ ਜਲ ਸਮੁੰਦਰ ਦੇ ਵਿੱਚੋਂ ਨਿਕਲਿਆ ਸੀ, ਓਨਾ ਹੀ ਜਲ ਬਰਫ਼ ਦੇ ਰੂਪ ਦੇ ਵਿੱਚ, ਜਲ ਦੇ ਰੂਪ ਦੇ ਵਿੱਚ ਪਾਣੀ, ਜਲ ਜਿਹੜਾ ਉਹ ਸਮੁੰਦਰ ਦੇ ਵਿੱਚ ਵਾਪਸ ਆ ਗਿਆ ਹੈ। ਜਿੰਨੀ ਵੀ ਜਿੰਦ, ਜਿੰਨੀ ਵੀ ਜੋਤ ਰੂਪ ਦੇ ਵਿੱਚ ਅਕਾਲ ਪੁਰਖ ਚੋਂ ਨਿਕਲੇ ਸਨ, ਉਹ ਘਟੇ ਨਹੀਂ ਸੰਸਾਰ ਦੇ ਉੱਤੇ। ਉਹ ਜੋਤ ਦੁਬਾਰਾ ਜੋਤ ਦੇ ਵਿੱਚ ਸਮਾ ਗਈ ਹੈ, ਉਹ ਅਕਾਲ ਪੁਰਖ ਦੇ ਵਿੱਚ ਸਮਾ ਗਏ ਨੇ। ਭਾਵ ਘਟਿਆ ਵਧਿਆ ਨਹੀਂ ਕੁਛ ਵੀ। ਸੱਚੇ ਤੇਰੇ ਲੋ ਸੱਚੇ ਆਕਾਰ। ਗੁਰਦੇਵ ਜੀ ਕਹਿੰਦੇ ਸੱਚੇ ਤੇਰੇ ਲੋ, ਲੋ ਤੋਂ ਭਾਵ ਲੋਕ, ਤਿੰਨੇ ਲੋਕ ਜਿੰਨੇ ਵੀ ਸੰਸਾਰ ਨੂੰ ਆਪਾਂ ਮੰਨਦੇ ਹਾਂ, ਤਿੰਨ ਲੋਕਾਂ ਦੇ ਰੂਪ ਦੇ ਵਿੱਚ। ਇਹ ਵੀ ਕਹਿੰਦੇ ਸਤਿਗੁਰੂ ਜੀ ਕਿ ਸੱਚੇ ਨੇ, ਕਿਉਂਕਿ ਇਹ ਸੱਚੇ ਨੇ ਪੈਦਾ ਕੀਤੇ। ਆਕਾਰ ਕਹਿੰਦੇ ਜਿੰਨਾ ਵੀ ਪਸਾਰਾ ਪਸਰਿਆ, ਇਹ ਸਾਰਾ ਸੱਚਾ ਹੈ। ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ ਸੱਚਾ ਦੀਵਾਨ। ਤੇ ਸੱਚੇ ਤੇਰੇ ਕਰਨੇ ਭਾਵ ਤੇਰੇ ਕਰਨ ਵਾਲੇ ਸਾਰੇ ਕਾਰਜ ਜਿੰਨੇ ਵੀ ਨੇ ਉਹ ਸੱਚੇ ਨੇ। ਸਰਬ ਵਿਚਾਰ, ਜਿੰਨੇ ਵੀ ਵਿਚਾਰ ਨੇ ਉਹ ਵੀ ਸੱਚੇ ਨੇ, ਕਿਉਂਕਿ ਉਹ ਸੱਚੇ ਦੇ ਵਿਚਾਰ ਨੇ। ਝੂਠਿਆਂ ਦੇ ਵਿਚਾਰ ਝੂਠੇ ਹੋ ਸਕਦੇ ਨੇ। ਸੰਸਾਰ ਤੇ ਸਾਨੂੰ, ਮੇਰੇ ਵਰਗੇ ਸਰੀਰ ਰੂਪ ਦੇ ਵਿੱਚ ਕਿਸੇ ਨੂੰ ਵਿਚਾਰ ਆਵੇ ਤੇ ਇਹ ਝੂਠਾ ਹੋ ਸਕਦਾ ਹੈ, ਕਿਉਂਕਿ ਇਹ ਬਿਨਸਣ ਵਾਲਾ ਹੈ। ਮੈਂ ਸਦੀਵੀ ਰਹਿਣ ਵਾਲਾ ਨਹੀਂ, ਜਾਂ ਸਰੀਰ ਸਦੀਵੀ ਰਹਿਣ ਵਾਲਾ ਨਹੀਂ। ਇਸ ਨੇ ਮਿੱਟੀ ਦੇ ਵਿੱਚ ਰਲ ਜਾਣਾ, ਕਿਉਂਕਿ ਇਹਦਾ ਵਜੂਦ ਮਿੱਟੀ ਹੈ, ਅਸਲ ਸਰੂਪ ਮਿੱਟੀ ਹੀ ਹੈ। ਮਿੱਟੀ ਤੋਂ ਸਰੀਰ ਬਣਿਆ ਤੇ ਮਿੱਟੀ ਦੇ ਵਿੱਚ ਰਲ ਜਾਣਾ, ਤੇ ਇਸ ਕਰਕੇ ਇਹਦਾ ਵਿਚਾਰ ਜਿਹੜਾ ਉਹ ਝੂਠਾ ਹੋ ਸਕਦਾ ਹੈ। ਪਰ ਸਦੀਵੀ ਰਹਿਣ ਵਾਲੇ ਅਕਾਲ ਪੁਰਖ ਦੇ ਵਿਚਾਰ ਕਦੇ ਵੀ ਝੂਠੇ ਨਹੀਂ ਹੋ ਸਕਦੇ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਫਿਰ ਉਹ ਸਦੀਵੀ ਰਹਿਣ ਵਾਲੇ ਦਾ ਦੀਵਾਨ ਜਿਹੜਾ ਹੈ, ਭਾਵ ਉਸ ਦੀ ਜਿਹੜੀ ਕਚਹਿਰੀ ਹੈ, ਉੱਥੇ ਝੂਠ ਨਹੀਂ ਤੋਲਿਆ, ਕੁਫਰ ਨਹੀਂ ਤੋਲਿਆ ਜਾਂਦਾ। ਉੱਥੇ ਝੂਠੇ ਦੀ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ। ਉੱਥੇ ਜੋ ਕੁਝ ਵੀ ਸਾਡੇ ਲੇਖੇ ਦੇ ਵਿੱਚ ਲਿਖਿਆ, ਸਾਡੇ ਕਰਮਾਂ ਅਨੁਸਾਰ ਉਹ ਸੱਚ ਵਰਤਿਆ ਹੈ, ਤੇ ਉੱਥੇ ਸੱਚ ਹੀ ਦੀ ਵਿਚਾਰ ਕੀਤੀ ਜਾਂਦੀ ਹੈ। ਉੱਥੇ ਸੱਚ ਦੀ ਕਚਹਿਰੀ ਲੱਗਦੀ ਹੈ। ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਫਿਰ ਉਸ ਸੱਚੇ ਦਾ ਹੁਕਮ ਵੀ ਸੱਚਾ ਹੈ ਸੰਸਾਰ ਦੇ ਉੱਤੇ। ਉਸ ਦਾ ਉਪਦੇਸ਼ ਕੀਤਾ ਹੋਇਆ, ਉਸ ਦਾ ਫਰਮਾਨ ਕੀਤਾ ਹੋਇਆ ਹਰੇਕ ਵਾਕ ਸ੍ਰਿਸ਼ਟੀ ਦੇ ਅੰਦਰ ਸੱਚ ਹੋ ਕੇ ਪਸਰਦਾ ਹੈ। ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਫਿਰ ਉਸ ਦੀਆਂ ਨਿਸ਼ਾਨੀਆਂ ਵੀ ਸੰਸਾਰ ਦੇ ਉੱਤੇ ਸੱਚੀਆਂ ਨੇ। ਅਕਾਲ ਪੁਰਖ ਦੇ ਹੋਂਦ ਦਾ ਸਰੂਪ ਵੀ ਸੰਸਾਰ ਤੇ ਸੱਚ ਹੈ, ਉਸ ਦਾ ਕਰਮ ਵੀ ਸੱਚਾ ਹੈ। ਸੱਚੇ ਤੁਦੇ ਆਖੇ ਲੱਖ ਕਰੋੜ, ਸੱਚਾ ਸਭ ਤਾਣ ਸੱਚਾ ਸਭ ਜੋਰ। ਪਾਤਸ਼ਾਹ ਜੀ ਭਜਨ ਕਰਦੇ, ਸੱਚੇ ਤੁਧ ਆਖੇ ਲੱਖ ਕਰੋੜ। ਕਹਿੰਦੇ ਕਈ ਲੱਖ ਕਰੋੜ ਸੰਸਾਰ ਦੇ ਉੱਪਰ ਰਹਿ ਕੇ ਤੇ ਤੈਨੂੰ ਆਖਣ ਦਾ ਭਾਵ ਤੇਰੀ ਸਿਫਤ ਸਲਾਹ ਦੇ ਬਚਨਾਂ ਦੇ ਵਿੱਚ ਜੁੜੇ ਨੇ, ਤੇ ਉਹ ਵੀ ਸਾਰੇ ਤੈਨੂੰ ਧਿਆਉਣ ਕਰਕੇ, ਸੱਚ ਦੇ ਨਾਲ ਜੁੜਨ ਕਰਕੇ ਉਹ ਵੀ ਸਾਰੇ ਸੱਚ ਹੋ ਜਾਂਦੇ ਨੇ, ਕਿਉਂਕਿ ਉਹ ਆਪਣੇ ਅਸਲੇ ਨੂੰ, ਆਪਣੇ ਅੰਦਰ ਨੂੰ ਪਛਾਣ ਲੈਂਦੇ ਨੇ। ਜੋ ਅੰਦਰ ਸੱਚ ਵਰਤ ਰਿਹਾ ਹੈ, ਭਾਵ ਉਹਨਾਂ ਦੀ ਇਹੋ ਦਿਵ ਦ੍ਰਿਸ਼ਟੀ ਹੋ ਜਾਂਦੀ ਆ, ਜਿਹੜੀ ਦਿਵ ਦ੍ਰਿਸ਼ਟੀ ਦੀ ਆਪਾਂ ਵਿਚਾਰ ਕੀਤੀ ਕਿ ਉਹਨਾਂ ਨੂੰ ਸਾਰਾ ਸੰਸਾਰ ਇੱਕ ਰੂਪ ਦੇ ਵਿੱਚ ਫਿਰ ਚੱਲਦਾ ਨਜ਼ਰ ਆ ਜਾਂਦਾ ਹੈ। ਸਾਰਾ ਸੰਸਾਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਉਸ ਤੋਂ ਪੈਦਾ ਹੋਇਆ ਤੇ ਉਹਦੇ ਵਿੱਚ ਹੀ ਜਾ ਕੇ ਸਮਾ ਜਾਣਾ ਹੈ। ਇਸ ਕਰਕੇ ਉਹਦਾ ਇਹ ਪਸਾਰਾ ਸੱਚ ਆ। ਇਹ ਕਿਸੇ ਨ੍ਰਿਤਕਾਰ ਦੀ ਕਲਾ ਦੇ ਵਾਂਗ, ਨ੍ਰਿਤ ਦੇ ਵਾਂਗ ਸੱਚਾ ਹੈ, ਤੇ ਇਹਦੇ ਵਿੱਚ ਆਪ ਨ੍ਰਿਤਕਾਰ ਵਸ ਰਿਹਾ। ਤੇ ਜਦੋਂ ਤੱਕ ਨ੍ਰਿਤਕਾਰ ਆਪ ਜਿਉਂਦਾ ਹੈ, ਉਦੋਂ ਤੱਕ ਉਹਦੀ ਖੇਡ, ਉਹਦਾ ਪਸਾਰਾ ਵੀ ਜਿਉਂਦਾ ਹੈ। ਸੱਚੀ ਤੇਰੀ ਸਿਫਤ ਸੱਚੀ ਸਲਾਹ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ।
ਗੁਰਦੇਵ ਜੀ ਕਹਿੰਦੇ ਤੇਰੀ ਸਿਫਤ ਵੀ ਸੱਚੀ ਹੈ। ਸੰਸਾਰ ਤੇ ਆਪਾਂ ਕਿਸੇ ਜੀਵ ਦੀ ਸਿਫਤ ਕਰੀਏ ਜੀ ਤੇ ਉਹ ਸਿਫਤ ਝੂਠੀ ਹੋ ਸਕਦੀ ਆ, ਜਿਹਨੂੰ ਆਪਾਂ ਖੁਸ਼ਾਮਦ ਕਹਿ ਦਿੰਨੇ ਆ ਸੰਸਾਰ ਦੇ ਵਿੱਚ। ਭਾਵ ਕਹਿਣ ਦਾ ਇਹ ਹੈ ਕਿ ਜਦੋਂ ਕਿਸੇ ਫੁੱਲ ਨੂੰ ਆਪਾਂ ਕੰਡਾ ਆਖ ਦਈਏ ਤੇ ਇਹ ਉਹਦੀ ਨਿੰਦਿਆ ਹੋ ਜਾਂਦੀ ਹੈ, ਤੇ ਕਿਸੇ ਆਪਾਂ ਕੰਡੇ ਨੂੰ ਫੁੱਲ ਕਹਿ ਦਈਏ, ਭਾਵ ਜਿਹੜੇ ਕਦੇ ਸੱਚ ਬੋਲਿਆ ਨਹੀਂ ਉਹਨੂੰ ਆਪਾਂ ਕਹਿ ਦਈਏ ਕਿ ਬੜਾ ਦਇਆਲੂ, ਬੜਾ ਕਿਰਪਾਲੂ, ਬੜਾ ਸੱਚਾ ਹੈ, ਇਹ ਉਹਦੀ ਝੂਠੀ ਸਿਫਤ ਹੈ। ਤੇ ਅਕਾਲ ਪੁਰਖ ਦੀ ਆਪਾਂ ਜਿੰਨੀ ਸਿਫਤ ਕਰ ਲਈਏ ਓਨੀ ਗੁਰਦੇਵ ਪਿਤਾ ਜੀ ਕਹਿੰਦੇ ਘੱਟ ਆ, ਭਾਵ ਓਨੀ ਉਹਦੇ ਸੱਚ ਦੇ ਵਿੱਚ ਸਮਾ ਜਾਣੀ ਹੈ ਸਿਫਤ। ਜੇ ਉਸ ਨੂੰ ਦਇਆਲੂ ਕਹਿ ਦਈਏ ਤੇ 7 ਬਚਨ ਆ ਕਿ ਅਕਾਲ ਪੁਰਖ ਦਇਆ ਕਰਨ ਵਾਲਾ ਹੈ। ਜੇ ਉਸ ਨੂੰ ਕਿਰਪਾਲੂ ਕਹਿ ਦਈਏ ਤੇ 7 ਬਚਨ ਹੈ ਕਿ ਅਕਾਲ ਪੁਰਖ ਕਿਰਪਾ ਕਰਨ ਵਾਲਾ ਹੈ। ਜੇ ਉਸ ਨੂੰ ਵੱਡਾ ਕਹਿ ਦਈਏ ਤੇ 7 ਬਚਨ ਹੈ ਸਭ ਤੋਂ ਵੱਡਾ ਹੈ ਅਕਾਲ ਪੁਰਖ, ਉਸ ਤੋਂ ਵੱਡਾ ਨਹੀਂ ਕੋਈ ਸੰਸਾਰ ਦੇ। ਭਾਵ ਕਿ ਜਿੰਨੀ ਵੀ ਸਿਫਤ ਉਹਦੀ ਕੀਤੀ ਜਾਵੇ ਸੱਚੀ ਤੇਰੀ ਸਿਫਤ ਸੱਚੀ ਸਾਲਾਹ, ਫਿਰ ਉਹਦੇ ਜਿੰਨੇ ਵੀ ਵਿਚਾਰ ਕੀਤੀ ਜਾਵੇ ਉਹ ਵੀ ਸੱਚ ਹੈ। ਸੱਚੀ ਤੇਰੀ ਕੁਦਰਤ ਸੱਚੇ ਸੱਚੇ ਪਾਤਸ਼ਾਹ ਜੀਓ, ਹੇ ਅਕਾਲ ਪੁਰਖ ਜੀਓ ਤੁਹਾਡੀ ਕੁਦਰਤ ਜਿਹੜੀ ਬਣਾਈ ਹੈ ਇਹ ਵੀ ਬਿਲਕੁਲ ਸੱਚ ਹੈ, ਤੇਰਾ ਰੂਪ ਹੈ, ਇਸ ਦੇ ਵਿੱਚੋਂ ਤੇਰਾ ਸਰੂਪ ਨਜ਼ਰ ਆਉਂਦਾ ਹੈ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਭਾਵ ਕੁਦਰਤ ਕਰਕੇ ਉਹਦੇ ਵਿੱਚ ਅਕਾਲ ਪੁਰਖ ਰੱਬ ਜੀ ਆਪ ਵਸ ਰਹੇ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ। ਪਾਤਸ਼ਾਹ ਜੀ ਅਖੀਰਲੇ ਬਚਨਾਂ ਦੇ ਵਿੱਚ ਬਖਸ਼ਿਸ਼ ਕਰਦੇ, ਕਹਿੰਦੇ ਨਾਨਕ ਸੱਚ ਧਿਆਇਨ ਸੱਚ, ਕਹਿੰਦੇ ਜਿਹੜੇ ਉਸ ਸੱਚੇ ਨੂੰ ਧਿਆਉਂਦੇ ਨੇ ਉਹ ਸੱਚ ਹੋ ਜਾਂਦੇ, ਸੱਚੇ ਹੋ ਜਾਂਦੇ ਨੇ ਸੰਸਾਰ ਦੇ ਅੰਦਰ। ਤੇ ਜਿਹੜੇ ਬਾਕੀ ਸਾਰੇ ਨੇ ਉਹ ਜੰਮਣ ਤੇ ਮਰਨ ਦੇ ਗੇੜ ਦੇ ਵਿੱਚ ਪੈਣ ਕਰਕੇ ਉਹ ਕੱਚ ਨਿਕੱਚ, ਭਾਵ ਝੂਠੇ ਨੇ, ਕੱਚੇ ਨੇ ਸੰਸਾਰ ਦੇ ਅੰਦਰ। ਹੁਣ ਇਸ ਵਿਚਾਰ ਨੂੰ ਸਮਝੀਏ ਕਿ ਗੁਰਦੇਵ ਜੀ ਬਖਸ਼ਿਸ਼ ਕਰਦੇ ਨਾਨਕ ਸੱਚ ਧਿਆਇਨ ਸੱਚ, ਜਿਹੜੇ ਤੇ ਉਸ ਅੰਦਰ ਦੇ ਸੱਚ ਦੇ ਨਾਲ ਜੁੜ ਗਏ ਨੇ, ਜਿਹੜੇ ਤੇ ਉਸ ਨ੍ਰਿਤਕਾਰ ਦੇ ਨਾਲ ਜੁੜ ਗਏ ਨੇ, ਭਾਵ ਜਿਹੜਾ ਉਸ ਨ੍ਰਿਤਕਾਰ ਨੂੰ ਆਪਣਾ ਬਣਾ ਲੈਂਦੇ ਨੇ, ਉਸ ਨ੍ਰਿਤਕਾਰ ਦੀ ਸੇਵਾ ਕਰਨੀ ਸ਼ੁਰੂ ਕਰਦੇ ਨੇ, ਉਹਨਾਂ ਦੇ ਵਿੱਚ ਇੱਕ ਕਲਾ ਆ ਜਾਂਦੀ ਹੈ। ਜਦੋਂ ਕਿਸੇ ਕੋਲੋਂ ਕੋਈ ਕਲਾ ਸਿੱਖਣੀ ਹੋਵੇ ਜੀ ਉਦੋਂ ਇਸੇ ਤਰ੍ਹਾਂ ਕਰਨਾ ਪੈਂਦਾ ਨਾ। ਉਹਨਾਂ ਦੇ ਵਿੱਚ ਵੀ ਇਹ ਗੁਣ ਆ ਜਾਂਦਾ ਹੈ, ਜਿਵੇਂ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਗੁਣ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ। ਜਿਹੜੇ ਤੇ ਸੱਚੇ ਨੂੰ ਧਿਆ ਲੈਂਦੇ ਨੇ ਉਹ ਸੱਚ ਹੋ ਜਾਂਦੇ ਨੇ, ਤੇ ਜਿਹੜੇ ਇਸ ਕਾਰਜ ਦੇ ਵਿੱਚ ਨਹੀਂ ਪੈਂਦੇ ਉਹ ਸਾਰੀ ਸ੍ਰਿਸ਼ਟੀ ਨੂੰ ਭਿੰਨ ਭਿੰਨ ਰੂਪ ਕਰਕੇ ਵੇਖਦੇ ਨੇ ਤੇ ਆਪ ਵੀ ਉਹ ਭਿੰਨ ਰੂਪ ਦੇ ਵਿੱਚ ਸਭਾਇਮਾਨ ਹੋ ਕੇ ਤੇ ਖਤਮ ਹੁੰਦੇ ਜਾਂਦੇ ਨੇ। ਫਿਰ ਆਪ ਵੀ ਉਹ ਟੁੱਟ ਜਾਂਦੇ ਨੇ, ਜਿਨ੍ਹਾਂ ਨੂੰ ਗੁਰਬਾਣੀ ਦੇ ਅੰਦਰ ਗੁਰਦੇਵ ਜੀ ਕਹਿੰਦੇ ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ। ਕਹਿੰਦੇ ਭਾਈ ਉਹ ਮਰ ਕਿਉਂ ਨਹੀਂ ਜਾਂਦੇ ਜਿਨ੍ਹਾਂ ਨੂੰ ਰਾਮ ਵਿਸਰ ਜਾਂਦਾ ਹੈ, ਜਿਨ੍ਹਾਂ ਨੂੰ ਆਪਣਾ ਅਸਲਾ ਵਿਸਰ ਗਿਆ, ਜਿਨ੍ਹਾਂ ਨੂੰ ਆਪਣਾ ਮੁੱਢ ਵਿਸਰ ਗਿਆ, ਜਿਨ੍ਹਾਂ ਨੂੰ ਉਹ ਸੱਚ ਵਿਸਰ ਗਿਆ, ਉਹ ਸੰਸਾਰ ਤੇ ਝੂਠੇ ਨੇ। ਜਿਹੜੇ ਤੇ ਉਸ ਸੱਚ ਦੇ ਨਾਲ ਜੁੜੇ ਨੇ, ਸੰਸਾਰ ਮਿਲਿਆ, ਪ੍ਰਾਪਤੀ ਹੋਈ ਸੱਚ ਦੇ ਨਾਲ ਜੁੜਨ ਵਾਸਤੇ। ਇਹੋ ਤੇ ਖੇਡ ਆ ਜੀ। ਖੇਡ ਦੇ ਵਿੱਚ ਇਹੋ ਹੀ ਹੁੰਦਾ ਨਾ ਕਿ ਪਹਿਲਾਂ ਕਿਸੇ ਵਸਤੂ ਨੂੰ ਗਵਾ ਦਿੱਤਾ ਜਾਂਦਾ, ਲੁਕਾ ਛੁਪਾ ਦਿੱਤਾ ਜਾਂਦਾ ਹੈ, ਤੇ ਉਸ ਵਸਤੂ ਨੂੰ ਬਾਅਦ ਵਿੱਚ ਲੱਭਿਆ ਜਾਂਦਾ। ਇਸੇ ਨੂੰ ਖੇਡ ਕਹਿੰਦੇ ਆ। ਸੰਸਾਰ ਬਿਲਕੁਲ ਇਸੇ ਤਰ੍ਹਾਂ ਦੀ ਖੇਡ ਹੈ ਕਿ ਸਾਡੇ ਅੰਦਰ ਕਿਸੇ ਨੂੰ ਛੁਪਾ ਦਿੱਤਾ, ਭਾਵ ਆਪ ਅਕਾਲ ਪੁਰਖ ਜੋਤ ਰੂਪ ਦੇ ਵਿੱਚ ਛੁਪ ਗਿਆ, ਲੁਕ ਗਿਆ, ਤੇ ਸਾਡੀ ਜਿਹੜੀ ਬਿਰਤੀ ਉਹ ਬਾਹਰ ਮੁਖੀ, ਅਸੀਂ ਬਾਹਰ ਲੱਭਦੇ ਫਿਰਦੇ ਹਾਂ। ਕਿਵੇਂ ਛਿਪ ਕੇ ਬੈਠਾ ਹੈ? ਪਾਤਸ਼ਾਹ ਜੀ ਬਚਨ ਕਰਦੇ ਪੋਹਪ ਮਦ ਜੈਸੇ ਬਾਸ ਬਸਤ ਹੈ, ਮੁਕਰ ਮਾਹਿ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਕਹਿੰਦੇ ਪੋਹਪ ਮਦ, ਪੋਹਪ ਕਹਿੰਦੇ ਫੁੱਲ ਨੂੰ, ਕਹਿੰਦੇ ਭਾਈ ਫੁੱਲ ਦੇ ਵਿੱਚ ਜਿਵੇਂ ਖੁਸ਼ਬੂ ਵਸਦੀ ਆ, ਮੁਕਰ ਮਾਹਿ ਜੈਸੇ ਛਾਈ, ਜਿਵੇਂ ਸ਼ੀਸ਼ੇ ਦੇ ਅੰਦਰ ਸਾਡੀ ਛਾਇਆ, ਸਾਡਾ ਪਰਛਾਵਾਂ ਵਸਦਾ ਆ। ਕਹਿੰਦੇ ਬਿਲਕੁਲ ਇਸੇ ਤਰ੍ਹਾਂ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਆਪਣੇ ਅੰਦਰ ਉਹਦੀ ਖੋਜ ਪੜਤਾਲ ਕਰੋ, ਬਾਹਰ ਦੇ ਪਦਾਰਥਾਂ ਦੇ ਮਗਰ ਨਾ ਭੱਜੋ। ਜੋ ਮਰ ਜੰਮੇ ਸੋ ਕੱਚ ਨਿਕੱਚ, ਜੋ ਪਦਾਰਥਾਂ ਦੇ ਪਿੱਛੇ ਮਰ ਤੇ ਜੰਮਣ ਵਾਲੇ ਪਦਾਰਥਾਂ ਦੇ ਪਿੱਛੇ, ਖਤਮ ਹੋਣ ਵਾਲੇ ਪਦਾਰਥਾਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਗਵਾ ਰਿਹਾ,
ਗੁਰਦੇਵ ਜੀ ਕਹਿੰਦੇ ਉਹ ਕੱਚ ਨਿਕੱਚ, ਭਾਵ ਉਹ ਕੱਚੇ ਆ ਸੰਸਾਰ ਦੇ ਵਿੱਚ, ਤੇ ਨਾਨਕ ਸੱਚ ਧਿਆਇਣ ਸੱਚ। ਜਿਹੜੇ ਸੱਚੇ ਨੂੰ ਧਿਆਉਂਦੇ ਨੇ, ਜਿਨ੍ਹਾਂ ਨੂੰ ਇਸ ਜੀਵਨ ਦੇ ਵਿੱਚ ਆਉਣ ਦਾ ਅਸਲ ਪਤਾ ਲੱਗ ਗਿਆ ਕਿ ਕਿਉਂ ਆਏ ਹਾਂ, ਇਸ ਕਹਾਣੀ ਨੂੰ ਜਿਹੜੇ ਸਮਝ ਲਿਆ, ਉਹ ਸੰਸਾਰ ਦੇ ਵਿੱਚ ਸੱਚੇ ਹੋ ਗਏ ਨੇ। ਸੋ ਸਤਿਗੁਰੂ ਜੀ ਦੀ ਬਾਣੀ ਦੀ ਇਤਨੀ ਕੁ ਵਿਚਾਰ ਦੀ ਅੱਜ ਦੇ ਦਿਨ ਸੋਝੀ ਪ੍ਰਾਪਤ ਕਰੀਏ, ਸਾਡੇ ਚਿੱਤ ਦੇ ਵਿੱਚ ਵਿਚਾਰ ਵਸ ਜਾਵੇ, ਸਾਡੀ ਸੋਚ ਉਤਵੇ ਤੇ ਸਾਨੂੰ ਦ੍ਰਿਸ਼ਟੀ ਦੀ ਨਾਸ਼ਵਾਨਤਾ ਤੇ ਸਥਿਰਤਾ ਬਖਸ਼। ਕਿਵੇਂ ਨਾਸ਼ਵਾਨ ਤੇ ਕਿਵੇਂ ਸਥਿਰ ਰਹਿਣ ਵਾਲਾ, ਸਦੀਵੀ ਰਹਿਣ ਵਾਲਾ ਸੰਸਾਰ ਹੈ। ਗੁਰਦੇਵ ਜੀ ਦੇ ਬਚਨਾਂ ਨੂੰ ਅਸੀਂ ਰਹੱਸ ਨੂੰ ਇਕਾਗਰਤਾ ਦੇ ਨਾਲ ਅੱਗੇ ਤੋਂ ਸਮਝਣ ਦਾ ਯਤਨ ਕਰੀਏ। ਬੋਲਦੇ ਆ ਗੁਰੂ ਪਿਆਰਿਓ, ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਭੁੱਲਾਂ ਨਚਾਰਨੀਆਂ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਦੇ ਸਮਰੱਥ ਹੈ। ਬਖਸ਼ ਦੇਣਾ ਅਗਤ ਤੋਂ ਪਾਤਸ਼ਾਹ ਦੀ ਸਮਤ ਬਖਸ਼ਣ, ਅੱਗੇ ਬਾਣੀ ਦੀ